welcome to this episode of your favorite show, Home Abroad. We welcome viewers of Day and Night News and also the viewers of Global Punjab in North America. Let's take a look at the top stories first. ਕੈਲੀਫੋਰਨੀਆ ਦੀ ਪਾਰਲੀਮੈਂਟ ਨੇ ਵਿਦਿਅਕ ਅਦਾਰਿਆਂ ਵਿੱਚ ਸਿੱਖ ਧਰਮ ਦੀ ਪੜ੍ਹਾਈ ਨੂੰ ਲਾਗੂ ਕਰਾਉਣ ਲਈ ਬਿੱਲ ਨੂੰ 100% ਵੋਟਾਂ ਨਾਲ ਕੀਤਾ ਪਾਸ। ਐਟਲਾਂਟਾ US ਵਿੱਚ ਸਿੱਖਾਂ ਦੇ ਇਤਿਹਾਸ ਤੇ ਇੱਕ ਹਿਸਟੋਰਿਕ ਫੋਟੋ ਐਗਜ਼ੀਬਿਸ਼ਨ ਕੀਤੀ ਗਈ ਆਰਗੇਨਾਈਜ਼। 4 ਸਦੀਆਂ ਦੇ ਸਿੱਖ ਫੌਜਾਂ ਦੇ ਇਤਿਹਾਸ ਵਿੱਚ ਆਏ ਉਤਰਾਅ ਚੜ੍ਹਾਅ ਦੀ ਕਹਾਣੀ ਤਸਵੀਰਾਂ ਅਤੇ ਚਿੱਤਰਾਂ ਰਾਹੀਂ ਸੁਣਾਉਂਦੀ ਕਿਤਾਬ ਹੋਈ ਰਿਲੀਜ਼। ਅਤੇ ਇੱਕ ਮੁਲਾਕਾਤ ਕੈਨੇਡਾ ਦੀ ਰਹਿਣ ਵਾਲੀ ਦਿਲਜੀਤ ਕੌਰ ਨਾਲ ਜੋ ਆਪਣੀ ਫੋਟੋ ਐਗਜ਼ੀਬਿਸ਼ਨ ਲਗਾਉਣ ਲਈ ਆਏ ਸਨ ਪੰਜਾਬ। ਕੈਨੇਡਾ ਦੇ ਇਮੀਗ੍ਰੇਸ਼ਨ ਡਿਪਾਰਟਮੈਂਟ ਵੱਲੋਂ ਸੋਧੇ ਹੋਏ ਸਕਿਲਡ ਵਰਕਰਸ ਪ੍ਰੋਗਰਾਮ ਦਾ ਐਲਾਨ ਕਰ ਦਿੱਤਾ ਗਿਆ ਹੈ। ਇਸ ਤਹਿਤ 4 ਮਈ 2013 ਤੋਂ ਅਪਲਾਈ ਕਰਨਾ ਸੰਭਵ ਹੈ। ਕੈਨੇਡਾ ਇਮੀਗ੍ਰੇਸ਼ਨ ਡਿਪਾਰਟਮੈਂਟ ਨੇ ਫੈਡਰਲ ਸਕਿਲਡ ਵਰਕਰ ਪ੍ਰੋਗਰਾਮ ਨੂੰ ਰੀਓਪਨ ਕਰ ਦਿੱਤਾ ਹੈ। ਇਸ ਪ੍ਰੋਗਰਾਮ ਵਿੱਚ ਪ੍ਰਵਾਨ ਕੀਤੇ ਗਏ ਕਿੱਤਿਆਂ ਦੀ ਗਿਣਤੀ 29 ਤੋਂ ਘਟਾ ਕੇ 24 ਕਰ ਦਿੱਤੀ ਗਈ ਹੈ। ਉਨ੍ਹਾਂ 24 ਕਿੱਤਿਆਂ ਮੈਡੀਕਲ, ਇੰਜੀਨੀਅਰਿੰਗ ਅਤੇ ਕੰਪਿਊਟਰ ਦੇ ਮਾਹਿਰਾਂ ਤੋਂ ਅਰਜ਼ੀਆਂ ਲਈਆਂ ਜਾਣਗੀਆਂ, ਜਿਨ੍ਹਾਂ ਵਿੱਚ ਸੌਫਟਵੇਅਰ ਇੰਜੀਨੀਅਰ, ਡਿਜ਼ਾਈਨਰ, ਨਰਸਾਂ ਅਤੇ ਡਾਕਟਰ ਸ਼ਾਮਲ ਨਹੀਂ ਕੀਤੇ ਗਏ। ਇਮੀਗ੍ਰੇਸ਼ਨ ਮੰਤਰੀ ਜੇਸਨ ਕੈਨੀ ਨੇ ਕਿਹਾ ਹੈ ਕਿ ਵਿਦੇਸ਼ਾਂ ਤੋਂ ਉਨ੍ਹਾਂ ਲੋਕਾਂ ਨੂੰ ਹੀ ਆਉਣ ਦਾ ਮੌਕਾ ਦਿੱਤਾ ਜਾ ਸਕਦਾ ਹੈ ਜਿਨ੍ਹਾਂ ਦੀ ਕੈਨੇਡਾ ਦੀ ਆਰਥਿਕ ਅਤੇ ਰੋਜ਼ਗਾਰ ਮਾਰਕੀਟ ਨੂੰ ਲੋੜ ਹੈ। ਉਨ੍ਹਾਂ ਕਿਹਾ ਕਿ ਕਿੱਤਿਆਂ ਦੇ ਮਾਹਰਾਂ ਦੀ ਉਪਰੋਕਤ ਕੈਟੇਗਰੀ ਵਿੱਚ ਅਰਜ਼ੀਆਂ ਦੇ ਅੰਬਾਰ ਨਹੀਂ ਲੱਗਣ ਦਿੱਤੇ ਜਾਣਗੇ, ਜਿਸ ਕਰਕੇ ਸੰਸਾਰ ਭਰ ਵਿੱਚੋਂ ਹਰੇਕ ਸਾਲ 5000 ਅਰਜ਼ੀਆਂ ਹੀ ਲਈਆਂ ਜਾਣਗੀਆਂ ਅਤੇ ਹਰੇਕ ਕਿੱਤੇ ਵਿੱਚੋਂ 300 ਤੋਂ ਵੱਧ ਲੋਕਾਂ ਨੂੰ ਅਪਲਾਈ ਨਹੀਂ ਕਰਨ ਦਿੱਤਾ ਜਾਵੇਗਾ। ਬਿਊਰੋ ਰਿਪੋਰਟ, ਡੇ ਐਂਡ ਨਾਈਟ ਨਿਊਜ਼। ਅਮਰੀਕਾ ਵਿੱਚ ਰਹਿੰਦੇ ਸਿੱਖਾਂ ਨੇ ਇੱਕ ਹੋਰ ਵੱਡੀ ਪ੍ਰਾਪਤੀ ਕੀਤੀ ਹੈ। ਇਹ ਪ੍ਰਾਪਤੀ ਹੈ ਕੈਲੀਫੋਰਨੀਆ ਸੂਬੇ ਵਿੱਚ ਸਕੂਲੀ ਸਿੱਖਿਆ ਅਤੇ ਉਚੇਰੀ ਸਿੱਖਿਆ ਵਿੱਚ ਸਿੱਖ ਧਰਮ ਦੀ ਜਾਣਕਾਰੀ ਦੇਣ ਲਈ ਸਿਲੇਬਸ ਵਿੱਚ ਪ੍ਰਬੰਧ ਕੀਤੇ ਜਾਣ ਲਈ ਕਾਨੂੰਨ ਬਣਾਏ ਜਾਣਾ। ਕੈਲੀਫੋਰਨੀਆ ਸੂਬੇ ਦੀ ਪਾਰਲੀਮੈਂਟ ਨੇ ਇਸ ਲਈ ਬਕਾਇਦਾ ਇੱਕ ਮਤਾ ਪਾਸ ਕਰ ਦਿੱਤਾ ਹੈ। ਅਮਰੀਕਾ ਦੀ ਕੈਲੀਫੋਰਨੀਆ ਅਸੈਂਬਲੀ ਵੱਲੋਂ ਰਾਜ ਦੀ ਉਚੇਰੀ ਸਿੱਖਿਆ ਦੇ ਸਿਲੇਬਸ 'ਚ ਬਿੱਲ ਨੰਬਰ ACR 20 ਨੂੰ 100% ਦੀ ਵੋਟਾਂ ਪਾ ਕੇ ਪਾਸ ਕਰ ਦਿੱਤਾ ਗਿਆ ਹੈ। ਅਸੈਂਬਲੀ 'ਚ ਹਾਜ਼ਰ ਸਾਰੇ 75 ਅਸੈਂਬਲੀ ਮੈਂਬਰਾਂ ਨੇ ਇਸ ਬਿੱਲ ਦੇ ਹੱਕ ਵਿੱਚ ਵੋਟਾਂ ਪਾ ਕੇ ਇਸ ਨੂੰ ਪਾਸ ਕੀਤਾ। ਜ਼ਿਕਰ ਕਰਨਾ ਬਣਦਾ ਹੈ ਕਿ ਕੈਲੀਫੋਰਨੀਆ ਦੇ ਗਵਰਨਰ ਸਤੰਬਰ 2012 'ਚ ਸਟੇਟ ਦੇ ਸਕੂਲੀ ਸਿੱਖਿਆ ਸਿਲੇਬਸ 'ਚ ਸਿੱਖ ਧਰਮ ਬਾਰੇ ਜਾਣਕਾਰੀ ਸ਼ਾਮਲ ਕਰਨ ਨੂੰ ਪਹਿਲਾਂ ਹੀ ਪ੍ਰਵਾਨਗੀ ਦੇ ਚੁੱਕੇ ਨੇ। ਉਚੇਰੀ ਸਿੱਖਿਆ ਦੇ ਸਿਲੇਬਸ 'ਚ ਇਹ ਗੱਲ ਪ੍ਰਵਾਨ ਹੋਣ ਨਾਲ ਯੂਨੀਵਰਸਿਟੀਆਂ, ਕਾਲਜਾਂ ਅਤੇ ਹੋਰ ਪ੍ਰੋਫੈਸ਼ਨਲ ਅਦਾਰਿਆਂ ਦੇ ਸਿਲੇਬਸਾਂ ਵਿੱਚ ਵੀ ਸਿੱਖ ਧਰਮ ਦੀ ਜਾਣਕਾਰੀ ਸ਼ਾਮਲ ਹੋ ਜਾਵੇਗੀ। ਅਮਰੀਕਾ ਦੀ ਧਰਤੀ ਉੱਪਰ ਸਿੱਖਾਂ ਲਈ ਇਹ ਇੱਕ ਹੋਰ ਵੱਡੀ ਪ੍ਰਾਪਤੀ ਹੈ। ਅਸੈਂਬਲੀ ਅੰਦਰ ਮਤੇ ਉੱਪਰ ਵਿਚਾਰ ਕਰਦਿਆਂ ਵੱਖ-ਵੱਖ ਮੈਂਬਰਾਂ ਨੇ ਅਮਰੀਕਾ ਦੀ ਧਰਤੀ ਉੱਪਰ ਸਿੱਖਾਂ ਵੱਲੋਂ ਕੀਤੀ ਗਈ ਮਿਹਨਤ ਅਤੇ ਇੱਥੋਂ ਦੇ ਵਿਕਾਸ ਵਿੱਚ ਪਾਏ ਯੋਗਦਾਨ ਦੀ ਵੀ ਭਰਪੂਰ ਵਿਆਖਿਆ ਅਤੇ ਸ਼ਲਾਘਾ ਕੀਤੀ। ਕੈਲੀਫੋਰਨੀਆ 'ਚ ਅਸੈਂਬਲੀਮੈਨ ਡੈਨ ਲੌਗ ਅਤੇ ਪ੍ਰਿਆ ਨੇ ਇੱਕ ਮਤਾ ਪਾਸ ਕਰਕੇ ਇਹ ਮੰਗ ਉਠਾਈ ਸੀ ਕਿ ਕੈਲੀਫੋਰਨੀਆ ਦੀ ਉੱਚ ਸਿੱਖਿਆ ਦੇਣ ਵਾਲੀਆਂ ਸੰਸਥਾਵਾਂ 'ਚ ਸਿੱਖ ਧਰਮ ਨੂੰ ਆਪਣੇ ਸਿਲੇਬਸ 'ਚ ਸ਼ਾਮਲ ਕਰਨਾ ਚਾਹੀਦਾ ਹੈ ਤਾਂ ਕਿ ਸਿੱਖ ਧਰਮ, ਸੱਭਿਆਚਾਰ, ਵਿਰਸੇ ਅਤੇ ਫਲਸਫੇ ਬਾਰੇ ਆਮ ਅਮਰੀਕੀ ਲੋਕਾਂ ਨੂੰ ਜਾਣਕਾਰੀ ਮਿਲ ਸਕੇ। ਅਸੈਂਬਲੀ 'ਚ ਬਿੱਲ ਪੇਸ਼ ਕਰਦਿਆਂ ਅਸੈਂਬਲੀਮੈਨ ਲੌਗ ਨੇ ਕਿਹਾ ਕਿ ਉਹਨਾਂ ਨੂੰ ਸਿੱਖ ਭਾਈਚਾਰੇ ਦਾ ਹਮਾਇਤੀ ਹੋਣ ਉੱਪਰ ਬੇਹੱਦ ਮਾਣ ਹੈ ਅਤੇ ਸਿੱਖ ਭਾਈਚਾਰਾ ਅਮਰੀਕਾ ਦੇ ਉਹਨਾਂ ਦੇ ਆਪਣੇ ਜ਼ਿਲ੍ਹੇ ਦੇ ਯੂਬਾ ਸ਼ਟਰ ਖੇਤਰ ਵਿੱਚ ਵੱਡੀ ਗਿਣਤੀ ਵਿੱਚ ਰਹਿੰਦਾ ਹੈ ਅਤੇ ਹੁਣ ਇਹ ਸਮਾਂ ਆ ਗਿਆ ਹੈ ਕਿ ਉਹਨਾਂ ਦੀਆਂ ਯੂਨੀਵਰਸਿਟੀਆਂ ਦੁਨੀਆ ਵਿੱਚ 5ਵੇਂ ਵੱਡੇ ਧਰਮ ਵਜੋਂ ਜਾਣੇ ਜਾਂਦੇ ਸਿੱਖ ਧਰਮ ਦੀ ਮਹੱਤਤਾ ਬਾਰੇ ਇੱਥੋਂ ਦੇ ਲੋਕਾਂ ਨੂੰ ਜਾਣੂ ਕਰਵਾਉਣ। ਮਤੇ ਵਿੱਚ ਸਿੱਖ ਧਰਮ ਦੇ ਨੇਕ ਅਤੇ ਮਾਨਵਤਾਵਾਦੀ ਆਦਰਸ਼ਾਂ ਦੀ ਵੀ ਸ਼ਲਾਘਾ ਕੀਤੀ ਗਈ ਹੈ। ਬਿਊਰੋ ਰਿਪੋਰਟ, ਡੇ ਐਂਡ ਨਾਈਟ ਨਿਊਜ਼। UK ਦੀ ਰੋਕੋ ਕੈਂਸਰ ਫਾਊਂਡੇਸ਼ਨ ਵੱਲੋਂ ਮੋਗਾ ਦੇ ਪਿੰਡ ਦੋਦਰ ਵਿੱਚ ਕੈਂਸਰ ਦੇ ਇਲਾਜ ਲਈ ਇੱਕ ਹਸਪਤਾਲ ਸਥਾਪਿਤ ਕੀਤਾ ਗਿਆ। ਰੋਕੋ ਕੈਂਸਰ ਸੰਸਥਾ ਵੱਲੋਂ ਮੋਗਾ ਦੇ ਪਿੰਡ ਦੋਦਰ ਵਿੱਚ ਕੈਂਸਰ ਦੇ ਇਲਾਜ ਲਈ 480 ਬੈੱਡਾਂ ਦਾ ਹਸਪਤਾਲ ਸਥਾਪਿਤ ਕੀਤਾ ਗਿਆ। ਇਸ ਹਸਪਤਾਲ ਦੀ ਇਨੌਗ੍ਰੇਸ਼ਨ ਸੁਪਰੀਮ ਕੋਰਟ ਦੇ ਜੱਜ ਸੁਰਿੰਦਰ ਸਿੰਘ ਨਿੱਜਰ ਵੱਲੋਂ ਕੀਤੀ ਗਈ। ਮੈਨੂੰ ਬੜੀ ਖੁਸ਼ੀ ਹੋਈ ਹੈ ਕਿ ਇਹ ਕਾਲੀਦਾਸ ਸਾਹਿਬ, ਚਾਵਲਾ ਸਾਹਿਬ, ਰਣਜੀਤ ਨੇ ਇਹੋ ਜਿਹੀ ਸੰਸਥਾ ਖੜੀ ਕੀਤੀ ਹੈ ਜਿਹੜੀ ਕਿ ਆਪਣੇ ਦੇਸ਼ ਦੇ ਵਿੱਚ ਔਰ ਆਪਣੇ ਹੀ ਪਿੰਡ ਦੇ ਵਿੱਚ ਆ ਕੇ ਸੇਵਾ ਕਰ ਰਹੀ ਹੈ। ਔਰ ਸੇਵਾ ਵੀ ਕੀ ਕਰ ਰਹੀ ਹੈ? ਸੇਵਾ ਉਹ ਕਰ ਰਹੀ ਹੈ ਜਿਸ ਦਾ ਸਾਨੂੰ ਪਤਾ ਹੀ ਨਹੀਂ ਕਿ ਸਾਨੂੰ ਇਹ ਸੇਵਾ ਦੀ ਇਸ ਦੀ ਜ਼ਰੂਰਤ ਹੈ। ਹਰ 3 ਮਹੀਨੇ ਬਾਅਦ ਸਾਡਾ 1 ਕਰੋੜ ਪੰਜਾਬੀ, ਹਿੰਦੀ, ਇੰਗਲਿਸ਼ ਦੇ ਵਿੱਚ ਇੱਕ ਲੀਫਲੈਟ ਆਇਆ ਕਰੇਗਾ ਜਿਹਦੇ ਵਿੱਚ ਕੈਂਸਰ ਦੇ ਲੱਛਣ ਲਿਖੇ ਹੋਇਆ ਕਰਨਗੇ, ਜੋ ਇੰਗਲੈਂਡ ਸਰਕਾਰ ਮੇਰੀ ਮਾਂ ਜਾਂ ਮੇਰੀ ਵਾਈਫ ਨੂੰ ਦਿੰਦੀ ਹੈ, ਐਜੂਕੇਟ ਕਰਦੀ ਹੈ ਕਿ ਬਿਮਾਰੀ ਤੋਂ ਬਚਣਾ ਕਿਵੇਂ ਹੈ।
ਉਹ ਅਸੀਂ ਕਰੋੜਾਂ ਦੀ ਗਿਣਤੀ 'ਚ ਵੰਡਾਂਗੇ। ਹਰ 3 ਮਹੀਨੇ ਬਾਅਦ 1 ਕਰੋੜ ਲੀਫਲੈਟ ਪੰਜਾਬ 'ਚ ਪਹੁੰਚਣਗੇ। ਦੂਸਰੀ, ਅਸੀਂ ਇਸ ਹਸਪੀਟਲ ਦੇ ਵਿੱਚ ਇੱਕ ਰਿਸਰਚ ਸੈਂਟਰ ਦੇਣ ਜਾ ਰਹੇ ਹਾਂ। ਰੋਕੋ ਕੈਂਸਰ ਫਾਊਂਡੇਸ਼ਨ ਨੇ ਪਹਿਲਾਂ ਹੀ ਪੰਜਾਬ ਵਿੱਚ ਕੈਂਸਰ ਦੀ ਬਿਮਾਰੀ ਨੂੰ ਜੜੋਂ ਪੁੱਟਣ ਲਈ ਮੁਹਿੰਮ ਛੇੜੀ ਹੋਈ ਹੈ, ਜਿਸ ਦੇ ਤਹਿਤ ਹਰ ਸਾਲ ਪੰਜਾਬ ਦੇ ਵੱਖ-ਵੱਖ ਪਿੰਡਾਂ ਵਿੱਚ ਮੁਫਤ ਮੈਡੀਕਲ ਜਾਂਚ ਕੈਂਪ ਲਗਾਏ ਜਾਂਦੇ ਨੇ। ਮੋਗਾ ਤੋਂ ਸੂਰਜ ਜੈਨ ਦੇ ਨਾਲ ਅਮਿਤ ਮਲਹੋਤਰਾ, ਡੇ ਐਂਡ ਨਾਈਟ ਨਿਊਜ਼। ਹੁਣ ਅਸੀਂ ਤੁਹਾਨੂੰ ਲੈ ਕੇ ਚੱਲਦੇ ਹਾਂ ਅਟਲਾਂਟਾ, US, where there is something that is definitely a not to be missed slice of the rich Sikh history. ਕੌਂਸਲੇਟ ਜਨਰਲ ਆਫ ਇੰਡੀਆ ਐਟਲਾਂਟਾ ਅਤੇ ਗੁਰੂ ਨਾਨਕ ਮਿਸ਼ਨ ਸੁਸਾਇਟੀ ਆਫ ਐਟਲਾਂਟਾ ਨੇ ਯੂਨਾਈਟਿਡ ਸਟੇਟਸ ਵਿੱਚ ਇੱਕ ਹਿਸਟੋਰਿਕ ਫੋਟੋ ਐਗਜ਼ੀਬਿਸ਼ਨ ਲਗਾਈ। ਗੁਰਦੁਆਰਾ ਸਾਹਿਬ ਐਟਲਾਂਟਾ ਵਿੱਚ ਆਰਗੇਨਾਈਜ਼ਡ ਇਹ ਸਿੱਖ ਹੈਰੀਟੇਜ ਐਗਜ਼ੀਬਿਸ਼ਨ ਇੰਡੀਅਨ ਕਾਉਂਸਲ ਫਾਰ ਕਲਚਰਲ ਰਿਲੇਸ਼ਨ ਨਿਊ ਦਿੱਲੀ ਨੇ ਸਪਾਂਸਰ ਕੀਤੀ। This provides a glimpse of rich Sikh heritage and traditions. It is indeed a pioneering work. This painstaking work and commendable photography, Sandeep, will be a fine contribution and presentation by RCCR of the valuable Sikh heritage to the devotees and admirers alike. 20 ਅਪ੍ਰੈਲ ਤੱਕ ਚੱਲਣ ਵਾਲੀ ਇਸ ਐਗਜ਼ੀਬਿਸ਼ਨ ਦੌਰਾਨ ਗੁਰੂ ਗੋਬਿੰਦ ਸਿੰਘ ਜੀ ਦੀ ਕਲਗੀ, ਗੁਰੂ ਹਰਗੋਬਿੰਦ ਸਾਹਿਬ ਜੀ ਨਾਲ ਸੰਬੰਧਿਤ ਕੁਝ ਹੱਥ ਲਿਖਤਾਂ ਦੀਆਂ ਫੋਟੋਆਂ, ਹਿਸਟੋਰਿਕ ਖੰਡਾ, ਗੁਰੂ ਗੋਬਿੰਦ ਸਿੰਘ ਜੀ ਦੀ ਚਾਦਰ, ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਨਾਲ ਸੰਬੰਧਿਤ ਆਟਾ ਪੀਣ ਵਾਲੀ ਚੱਕੀ, ਗੁਰੂ ਗੋਬਿੰਦ ਸਿੰਘ ਜੀ ਦਾ ਪੰਚਕਲਾ ਸ਼ਸਤਰ ਅਤੇ ਮਹਾਰਾਜਾ ਰਣਜੀਤ ਸਿੰਘ ਦੀਆਂ ਫੌਜਾਂ ਵੱਲੋਂ ਵਰਤੀਆਂ ਗਈਆਂ ਢਾਲਾਂ ਦੀਆਂ ਫੋਟੋਆਂ ਸ਼ਾਮਲ ਨੇ। ਬਿਊਰੋ ਰਿਪੋਰਟ, ਡੇ ਐਂਡ ਨਾਈਟ ਨਿਊਜ਼। ਇੰਗਲੈਂਡ ਵਿੱਚ ਜੰਮੇ ਪਲੇ ਨੌਜਵਾਨ ਸਿੱਖ ਵਿਦਵਾਨਾਂ, ਖੋਜਕਾਰਾਂ ਅਤੇ ਲੇਖਕਾਂ ਦੀ ਇੱਕ ਟੀਮ ਨੇ ਆਪਣੇ ਵਿਰਸੇ ਦੀਆਂ ਜੜ੍ਹਾਂ ਪਾਲਦੀ ਇੱਕ ਅਜਿਹੀ ਕਿਤਾਬ ਪਾਠਕਾਂ ਸਾਹਮਣੇ ਪੇਸ਼ ਕੀਤੀ ਹੈ, ਜਿਹੜੀ 4 ਸਦੀਆਂ ਦੇ ਸਿੱਖ ਫੌਜਾਂ ਦੇ ਇਤਿਹਾਸ ਵਿੱਚ ਆਏ ਉਤਰਾ ਚੜ੍ਹਾਅ ਦੀ ਕਹਾਣੀ, ਤਸਵੀਰਾਂ ਅਤੇ ਚਿੱਤਰਾਂ ਦੀ ਜ਼ੁਬਾਨੀ ਸੁਣਾਉਂਦੀ ਹੈ। ਇਸ ਕਿਤਾਬ ਵਿੱਚ ਦੱਸਿਆ ਗਿਆ ਹੈ ਕਿ ਕਿਵੇਂ ਸਿੱਖਾਂ ਨੇ ਵਿਸ਼ਵ ਦੇ ਇਤਿਹਾਸ ਉੱਤੇ ਆਪਣਾ ਅਸਰ ਪਾਇਆ ਅਤੇ ਇਸ ਨੂੰ ਬਦਲ ਕੇ ਰੱਖ ਦਿੱਤਾ। ਬੁੱਧਵਾਰ ਨੂੰ ਚੰਡੀਗੜ੍ਹ 'ਚ ਇੱਕ ਵਿਸ਼ੇਸ਼ ਸਮਾਗਮ ਦੌਰਾਨ ਸਿੱਖ ਫੌਜਾਂ ਦੀ 4 ਸਦੀਆਂ ਦੀ ਕਹਾਣੀ ਨੂੰ ਬਿਆਨ ਕਰਦੀ ਇੱਕ ਕਿਤਾਬ ਵਾਰੀਅਰ ਸੇਂਟਸ ਫॉर ਸੈਂਚੁਰੀਜ਼ ਆਫ ਸਿੱਖ ਮਿਲਟਰੀ ਹਿਸਟਰੀ ਰਿਲੀਜ਼ ਕੀਤੀ ਗਈ। ਇਸ ਬਹੁਮੁੱਲੀ ਕਿਤਾਬ 'ਚ ਸਿੱਖਾਂ ਦੇ ਗਲ ਪਏ ਖਾਮਖਾਹ ਦੇ ਸੰਘਰਸ਼ ਨੂੰ 1.5 ਸਦੀ ਪਹਿਲਾਂ ਕੈਮਰੇ ਦੀਆਂ ਖਿੱਚੀਆਂ ਤਸਵੀਰਾਂ ਅਤੇ ਅੰਗਰੇਜ਼ ਚਿੱਤਰਕਾਰਾਂ ਵੱਲੋਂ ਬਣਾਈਆਂ ਤਸਵੀਰਾਂ ਦੇ ਜ਼ਰੀਏ ਪੇਸ਼ ਕੀਤਾ ਗਿਆ। I started off with two fundamental questions that have been with me ever since. One, if I'm a Sikh, what's a Sikh? Well, it's a disciple, a learner, a devotee of the Sikh gurus. And the teachings are encapsulated in the Guru Granth Sahib. I had to find out what was in it. It was just a book, we used to bow Matha Tek at the Gurdwara, but never knew anything about what was in it. So I began to study, the structure of it and the languages and what the message was. Then through that, I got interested in history because the history of the Gurus is intimately connected to Gurbani. Right. And then from that, then what happened afterwards in the next part of Sikh history, the Misl period when they were attacked by the Afghans and so on, and then Ranjit Singh and his Raj, and then the British Empire and so on and so forth. ਪਿਛਲੇ 2 ਦਹਾਕਿਆਂ ਤੋਂ ਇਸ ਕਿਤਾਬ ਦੇ ਲੇਖਕ ਅਮਨਦੀਪ ਸਿੰਘ ਮਾਦਰਾ ਅਤੇ ਪਰਮਜੀਤ ਸਿੰਘ ਹੋਰਾਂ ਨੇ ਵਿਸ਼ਵ ਦੇ ਕਈ ਅਜਾਇਬ ਘਰਾਂ ਅਤੇ ਕਈ ਹੋਰਨਾਂ ਥਾਵਾਂ ਤੇ ਜਾ ਕੇ ਸਿੱਖ ਫੌਜਾਂ ਦੇ ਇਤਿਹਾਸ ਨਾਲ ਸੰਬੰਧਿਤ ਫੋਟੋਆਂ, ਹੱਥ ਲਿਖਤਾਂ, ਸਕੈਚ ਅਤੇ ਚਿੱਤਰਾਂ ਨੂੰ ਲੱਭਿਆ। ਇਸ ਕਿਤਾਬ 'ਚ ਛਾਪੀਆਂ ਗਈਆਂ ਪੇਂਟਿੰਗਸ ਅਤੇ ਸਕੈਚ ਵਿਸ਼ਵ ਦੇ ਵੱਖ-ਵੱਖ ਹਿੱਸਿਆਂ 'ਚ ਮੌਜੂਦ ਅਜਾਇਬ ਘਰਾਂ ਤੋਂ ਹਾਸਲ ਕੀਤੇ ਗਏ ਨੇ, ਜਿਹੜੇ ਪਹਿਲੀ ਵਾਰ ਕਿਸੇ ਪੁਸਤਕ ਦਾ ਹਿੱਸਾ ਬਣੇ ਨੇ ਅਤੇ ਇਸ ਤੋਂ ਪਹਿਲਾਂ ਕਦੇ ਵੀ ਕਿਸੇ ਵੀ ਰੂਪ 'ਚ ਪ੍ਰਕਾਸ਼ਿਤ ਨਹੀਂ ਹੋਏ। Feels like a lifetime of effort for many people. To quantify it, we've been spending hundreds of thousands of hours searching through archives up and down the UK where we're based. We're all British-born Sikhs. Wherever we've been overseas, we're always hunting out archives and libraries and places where this information might reside. Private collectors, we're talking to them all the time. We're researching on the internet for online collections. So it's been many, many years in the making
You know, it's the big process of research and collating all that raw data. Then you've got the next process. So that's about 10 years worth of pure research of several people. Then you've got the next step, which is connecting all that information and packaging it into wonderfully produced books that tell us a great story. ਲੇਖਕ ਪਰਮਜੀਤ ਸਿੰਘ ਮੁਤਾਬਕ ਇਸ ਕਿਤਾਬ 'ਚ ਉਹਨਾਂ ਲੋਕਾਂ ਦੀ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ ਹੈ ਜਿਨ੍ਹਾਂ ਨੇ ਨਿਡਰਤਾ ਨਾਲ ਜ਼ੁਲਮ ਦਾ ਟਾਕਰਾ ਕਰਦੇ ਹੋਏ ਵਿਸ਼ਵ ਦੇ ਇਤਿਹਾਸ 'ਚ ਆਪਣੀ ਸਨਮਾਨਯੋਗ ਥਾਂ ਬਣਾਈ। The military history of the Sikhs begins from around about the beginning of the 17th century. So we're tracing it all the way back to modern times, which is our 4-century scope. And it's looking at the military tradition, how it's evolved. The writers were writing a political narrative. They weren't writing about the more important thing, I think, which is who was preserving tradition, right? What it means to be a Sikh. Who was keeping that alive? Who are the Sikhs who were at the forefront, the vanguard? Not the battlefield, but keeping alive tradition. The things we understand now today to represent Sikh culture. And so that was the narrative that I thought was missing, that big chunk. And the question that arose was, well, okay, so there are people who must have kept this tradition alive. They must have, Guru Gobind Singh must have passed it on to somebody, and they must have passed it on and on and on. Do we still have those traditions with us today? ਇਸ ਕਿਤਾਬ ਨੂੰ ਭਾਰਤ 'ਚ ਲੰਡਨ ਦੇ ਕਾਸ਼ੀ ਹਾਊਸ ਨੇ ਰਿਲੀਜ਼ ਕੀਤਾ ਹੈ, ਜਿਹੜਾ ਹੈਰੀਟੇਜ ਆਰਗੇਨਾਈਜੇਸ਼ਨ ਯੂਨਾਈਟਿਡ ਕਿੰਗਡਮ ਪੰਜਾਬ ਹੈਰੀਟੇਜ ਐਸੋਸੀਏਸ਼ਨ ਦਾ ਹਿੱਸਾ ਹੈ। ਇਸ ਤੋਂ ਪਹਿਲਾਂ ਵੀ ਇਹ ਸੰਸਥਾ ਸਿੱਖ ਇਤਿਹਾਸ ਬਾਰੇ ਕਿਤਾਬਾਂ ਪ੍ਰਕਾਸ਼ਿਤ ਕਰ ਚੁੱਕੀ ਹੈ, ਜਿਸ 'ਚ ਦ ਗੋਲਡਨ ਟੈਂਪਲ ਆਫ ਅੰਮ੍ਰਿਤਸਰ ਰਿਫਲੈਕਸ਼ਨ ਆਫ ਦ ਪਾਸਟ ਵੀ ਸ਼ਾਮਲ ਹੈ। ਵਾਰੀਅਰ ਸੇਂਟਸ ਅੰਮ੍ਰਿਤਸਰ, ਚੰਡੀਗੜ੍ਹ, ਦਿੱਲੀ, ਮੁੰਬਈ ਅਤੇ ਕੋਲਕਾਤਾ ਦੇ ਮੁੱਖ ਕਿਤਾਬ ਵਿਕਰੇਤਾਵਾਂ ਕੋਲੋਂ ਖਰੀਦੀ ਜਾ ਸਕਦੀ ਹੈ। ਸਿੱਖ ਫੌਜਾਂ ਦੇ ਇਤਿਹਾਸ ਦੀ ਕਹਾਣੀ 2 ਭਾਗਾਂ 'ਚ ਪ੍ਰਕਾਸ਼ਿਤ ਹੋਵੇਗੀ ਅਤੇ ਇਸ ਦਾ ਦੂਜਾ ਭਾਗ ਇਸੇ ਸਾਲ ਅਕਤੂਬਰ 'ਚ ਰਿਲੀਜ਼ ਕੀਤਾ ਜਾਏਗਾ। ਚੰਡੀਗੜ੍ਹ ਤੋਂ ਕੈਮਰਾਮੈਨ ਅਮਨ ਗੁਪਤਾ ਅਤੇ ਜਸਲੀਨ ਕੌਰ ਦੇ ਨਾਲ ਸੁਰਿੰਦਰ ਸਿੰਘ, ਡੇ ਐਂਡ ਨਾਈਟ ਨਿਊਜ਼। ਇੱਕ ਪੰਜਾਬੀ ਆਪਣੇ ਦੇਸ਼ ਤੋਂ ਭਾਵੇਂ ਕਿੰਨਾ ਵੀ ਦੂਰ ਜਾ ਕੇ ਵਸੇ ਪਰ ਪੰਜਾਬ ਨੂੰ ਦਿਲ ਤੋਂ ਕਦੇ ਵੀ ਦੂਰ ਨਹੀਂ ਕਰਦਾ। ਇਸ ਵੀਕ ਵੀ ਸਾਡੀ ਮੁਲਾਕਾਤ ਹੋਈ ਇੱਕ ਅਜਿਹੀ ਹੀ ਪੰਜਾਬ ਦੀ ਕੁੜੀ ਦਲਜੀਤ ਕੌਰ ਨਾਲ, ਜਿਨ੍ਹਾਂ ਨੇ ਕੈਨੇਡਾ ਵਿੱਚ ਰਹਿੰਦੇ ਹੋਏ ਵੀ ਪੰਜਾਬ ਦੇ ਕਲਚਰ ਦਾ ਹਰ ਇੱਕ ਰੰਗ ਆਪਣੇ ਦਿਲ ਵਿੱਚ ਸੰਜੋ ਕੇ ਰੱਖਿਆ ਹੈ। ਦਲਜੀਤ ਜੀ, ਤੁਸੀਂ ਆਪਣੀ ਜੇ ਜਾਣ ਪਛਾਣ ਕਰਵਾਉਣੀ ਹੋਵੇ ਆਪਣੇ ਪਿੰਡ ਤੋਂ ਸ਼ੁਰੂ ਕਰਕੇ ਕੈਨੇਡਾ ਤੱਕ ਦਾ ਸਫ਼ਰ ਕਿਸ ਕਿਸਮ ਦਾ ਰਿਹਾ? ਮੈਂ ਇਹ ਕਹਾਂਗੀ ਕਿ ਮੈਨੂੰ ਮਾਣ ਹੋਊਗਾ ਇਸ ਗੱਲ ਦਾ ਕਿ ਛੱਪੜ ਤੋਂ ਉੱਠ ਕੇ ਸਮੁੰਦਰੋਂ ਪਾਰ, ਉਹ ਵੀ ਹੁਣ ਜਿਹੜਾ ਨਾਰਥ ਅਮਰੀਕਾ ਦੇ ਬੈਸਟ ਪਲੇਸਿਸ ਨੇ ਉੱਥੇ ਮੌਕਾ ਮਿਲ ਰਿਹਾ। ਸੋ ਇਸ ਧਰਤੀ ਦੀ ਹਮੇਸ਼ਾ ਦੇਣਦਾਰ ਹਾਂ, ਉਸ ਤੋਂ ਬਾਅਦ ਆਦੇ ਮਾਤਾ ਪਿਤਾ ਦੀ, ਅਤੇ ਪਲੱਸ ਮੈਂ ਇੱਕ ਚੀਜ਼ ਦੀ ਨਹੀਂ, ਯੂਨੀਵਰਸ ਦੀ, ਜਿਹਦੇ ਵਿੱਚ ਕਹਿ ਸਕਦੇ ਹੋ ਕਿ ਕਣ ਤੋਂ ਲੈ ਕੇ ਇਨਸਾਨ ਜਾਂ ਯੂਨੀਵਰਸ ਦੀ ਜਿਹੜੀ ਬਿਗੇਸਟ ਪਾਵਰ, ਇਨਵਿਜ਼ੀਬਲ ਪਾਵਰ, ਉਹ ਵੀ ਕਿਸੇ ਦੇ ਥਰੂ ਆਉਂਦੀ ਹੈ। ਇਹਦੇ ਵਿੱਚ ਹੀ ਸਭ ਕੁਝ ਮੈਨੂੰ ਲੱਗਦਾ। ਦਲਜੀਤ ਜੀ, ਤੁਸੀਂ ਫੋਟੋਗ੍ਰਾਫੀ ਕਰਦੇ ਹੋ, ਪੇਂਟਿੰਗ ਕਰਦੇ ਹੋ, ਇਹ ਤੋਂ ਬਿਨਾਂ ਤੁਸੀਂ ਇੰਸਟਾਲੇਸ਼ਨ ਆਰਟ ਕਰਦੇ ਹੋ। ਇਹ ਜਿਹੜਾ ਤੁਹਾਡਾ ਸ਼ੌਂਕ ਹੈ, ਬਾਅਦ ਦੇ ਵਿੱਚ ਤੁਸੀਂ ਇਹਦੀ ਇੱਕ ਟ੍ਰੇਨਿੰਗ ਵੀ ਲਈ ਹੈ, ਤੁਸੀਂ ਪੰਜਾਬੀ ਯੂਨੀਵਰਸਿਟੀ ਤੋਂ ਕੋਰਸ ਕੀਤਾ, ਉਹ ਤੋਂ ਬਾਅਦ ਇਹ ਕਿਵੇਂ ਜਾਰੀ ਰਿਹਾ? ਦੇਖੋ, ਬਚਪਨ ਤੋਂ ਤਾਂ ਘਰ ਦੇ ਵਿੱਚ ਹੀ ਵੇਖ ਰਹੀ ਸੀ, ਪਾਪਾ ਜੀ ਨੂੰ ਫੋਟੋਗ੍ਰਾਫੀ ਕਰਦੇ, ਚਾਚਾ ਜੀ ਹੋਰਾਂ ਨੂੰ ਥੋੜ੍ਹੀ ਡਰਾਇੰਗ ਦੇ ਕੋਰਸਿਸ ਵਗੈਰਾ ਕੀਤੇ ਸੀ, ਟੀਚਰਸ ਨੇ ਉਹਨਾਂ ਦੀ ਲਾਈਨ। ਐਂਡ ਜਦੋਂ ਤੋਂ ਕੈਨੇਡਾ ਮੂਵ ਹੋਈਆਂ, ਪੰਜਾਬੀ ਯੂਨੀਵਰਸਿਟੀ ਤੋਂ ਮੈਂ ਫਾਈਨ ਆਰਟਸ ਦੀ MA ਕਰਕੇ ਗਈ ਸੀਗੀ, ਅਤੇ ਉੱਥੇ ਜਾ ਕੇ ਲਗਾਤਾਰ ਕਹਿ ਲਓ ਕਿ ਸਮਹਾਓ ਇਸ ਤਰ੍ਹਾਂ ਦੇ ਹਾਲਾਤ ਕਹਿ ਲਓ, ਜਾਂ ਮਤਲਬ ਅੰਦਰੋਂ ਜਿਹੜੀ ਸੈਟਿਸਫੈਕਸ਼ਨ ਜਾਂ ਹੈਪੀਨੈਸ ਆ ਉੱਥੋਂ ਹੀ ਮਿਲਦੀ ਸੀ। ਸੋ ਵਾਲੰਟੀਅਰ ਦੇ ਤੌਰ 'ਤੇ ਮੈਂ ਕੰਮ ਸ਼ੁਰੂ ਕੀਤਾ ਸੀਗਾ
ਆਈ ਰਿਮੈਂਬਰ ਲਿਵਿੰਗ ਆਰਟ ਸੈਂਟਰ ਮਿਸਿਸ ਸਾਗਾ ਦੇ ਵਿੱਚ ਹੈਗਾ, ਸੋ ਉੱਥੋਂ ਹੀ ਮੈਂ ਟੀਚਿੰਗ ਲਾਈਨ ਫੜੀ ਸੀਗੀ ਐਜ਼ ਏ ਵਾਲੰਟੀਅਰ, ਕਿਉਂਕਿ ਇੱਕਦਮ ਉਹ ਕਹਿੰਦੇ ਨੇ ਤੁਹਾਡੇ ਕੋਲ ਐਕਸਪੀਰੀਅੰਸ ਹੈ ਨਹੀਂਗਾ। So I was assistant teacher as an artist, living art centers. Then later on I joined City of Mississauga as a art teacher, और मैं ਹੁਣ ਤੱਕ ਕਰਦੀ ਹਾਂ। ਫਿਰ ਨਾਲ ਸਟੂਡੀਓ ਵੀ ਸ਼ੁਰੂ ਕੀਤਾ, ਪਲੱਸ ਆਪਦੀ ਕਮਿਊਨਿਟੀ ਦੇ ਵਿੱਚ ਕਾਫੀ ਐਕਟੀਵਿਟੀਜ਼ ਪੰਜਾਬੀ ਤੋਂ ਲੈ ਕੇ ਸਾਰੀ ਇੰਡੀਅਨ ਕਮਿਊਨਿਟੀ ਦੇ ਨਾਲ ਜੁੜੀ ਰਹਿੰਦੀ ਹਾਂ। ਜਿੱਥੇ ਵੀ ਮੌਕਾ ਮਿਲਿਆ ਮੈਂ ਹਮੇਸ਼ਾ ਅਵੇਲ ਕਰਨ ਦੀ ਕੋਸ਼ਿਸ਼ ਕੀਤੀ ਹੈ, ਜਾਂ ਉਹ ਕਹਿ ਲਓ ਕੁਰੇਟਡ ਸ਼ੋਅ ਸੀ, ਜਾਂ ਕਹਿ ਲਓ ਜਿੱਦਾਂ ਸਿਲੈਕਸ਼ਨ ਬੇਸਡ ਹੁੰਦੇ ਸੀਗੇ। ਕੈਨੇਡਾ ਦੇ ਵਿੱਚ ਮੈਂ ਪਹਿਲੀ ਜਿਹੜੀ ਆਪਣੀ ਸੋਲੋ ਸ਼ੋਅ ਕੀਤਾ ਸੀ ਉਹ ਵਿਸਾਖੀ ਦੇ ਦਿਨ 'ਤੇ ਕੀਤਾ ਸੀ, ਅਤੇ ਹੁਣ ਵੀ ਵਿਸਾਖੀ ਦੇ ਦਿਨਾਂ ਦੇ ਵਿੱਚ ਹੀ ਪਹਿਲਾ ਮੇਰਾ ਫੋਟੋਗ੍ਰਾਫੀ ਦਾ ਸ਼ੋਅ ਇੰਡੀਆ ਦੇ ਵਿੱਚ ਪੰਜਾਬ 'ਚ ਆ। ਸੋ ਲੰਘਦੇ ਟੱਪਦੇ ਜਦੋਂ ਵੀ ਕਿਤੇ, ਜੋ ਲਾਸਟ 2 ਸਾਲਾਂ ਦੇ ਵਿੱਚ ਮੈਂ ਇੱਥੇ PhD ਸ਼ੁਰੂ ਕੀਤੀ ਹੈ ਸੋਨ ਕਾਦਰੀ ਜੀ 'ਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ, ਅਤੇ ਸਫ਼ਰ ਦੇ ਦੌਰਾਨ ਜਦੋਂ ਮੈਂ ਆਪਣਾ ਰਿਸਰਚ ਪ੍ਰੋਜੈਕਟ 'ਤੇ ਕੰਮ ਕਰ ਰਹੀ ਸੀ, ਜਿੱਥੇ ਵੀ ਲੰਘਦੀ ਸੀ ਕੁੱਪ ਨੇ, ਪਿੰਡਾਂ ਦੀ ਕਹਿੰਦੀ ਪਛਾਣ ਜਿਹੜੀ ਹੈ ਉਹ ਹਗੀਰਿਆਂ ਤੋਂ ਹੁੰਦੀ ਹੈ। ਸੋ ਇਹਨਾਂ ਚੀਜ਼ਾਂ ਤੋਂ ਕਰਦੇ ਕਰਦੇ ਅੰਦਰ ਪਿੰਡਾਂ ਦੇ ਵਿੱਚ ਗਈਆਂ, ਡਿਸਟ੍ਰਿਕਟ ਬਠਿੰਡਾ ਤੋਂ ਲੈ ਕੇ ਮਲੋਟ, ਮੁਕਤਸਰ, ਅਬੋਹਰ, ਫਿਰੋਜ਼ਪੁਰ, ਅੰਮ੍ਰਿਤਸਰ, ਜਲੰਧਰ, ਸੋ ਪਟਿਆਲਾ ਖਾਸ ਕਰਕੇ, ਅਤੇ ਆਲੇ ਦੁਆਲੇ ਸਭ ਕੁਝ ਹੀ ਪਿਆ ਆ, ਸਿਰਫ ਦੇਖਣ ਦੀ ਲੋੜ ਆ, ਅਤੇ ਚੀਜ਼ਾਂ ਆਪੇ ਤੁਹਾਨੂੰ ਖਿੱਚ ਲੈਂਦੀਆਂ ਨੇ ਮੈਨੂੰ ਲੱਗਦਾ। ਜਦੋਂ ਤੁਸੀਂ ਬਾਹਰ ਗਏ ਹੋ ਅਤੇ ਜਿਹੜਾ ਪੰਜਾਬ ਹੈ, ਜਿਵੇਂ ਆਮ ਤੌਰ ਦੇ ਉੱਤੇ ਜਿਹੜੇ ਪ੍ਰਵਾਸੀ ਨੇ ਪੰਜਾਬੀ ਨੇ, ਉਹਨਾਂ ਬਾਰੇ ਕਿਹਾ ਜਾਂਦਾ ਕਿ ਉਹਨਾਂ ਨੂੰ ਬਹੁਤ ਹੀਰਵਾ ਆਉਂਦਾ ਹੈ, ਬਹੁਤ ਸਾਰੀ ਯਾਦ ਆਉਂਦੀ ਹੈ ਚੀਜ਼ਾਂ ਦੀ, ਜਿਹੜੀਆਂ ਤੁਸੀਂ ਆਪਣੀ ਕਲਾ ਦੇ ਵਿੱਚ ਛੋਟੀਆਂ ਛੋਟੀਆਂ ਚੀਜ਼ਾਂ ਦੀ ਵਰਤੋਂ ਕੀਤੀ ਹੈ, ਚਾਹੇ ਪੱਖੀ ਹੈ, ਚਾਹੇ ਚੱਖੀ ਪੀੜੀ ਹੈ, ਚਾਹੇ ਮੰਜਾ ਹੈ, ਚਾਹੇ ਫੁਲਕਾਰੀ ਹੈ, ਚਾਹੇ ਡਰਨਾ ਹੈ, ਕਿ ਉੱਥੇ ਜਾ ਕੇ ਇਹਨਾਂ ਜਿਹੜੀਆਂ ਛੋਟੀਆਂ ਛੋਟੀਆਂ ਚੀਜ਼ਾਂ ਦੀ ਜ਼ਿੰਦਗੀ ਨਾਲ ਜੁੜੀ ਹੋਈ ਅਹਿਮੀਅਤ ਜ਼ਿਆਦਾ ਸਮਝ ਆਉਂਦੀ ਹੈ? ਸਮਝ ਆਉਣ ਦੀ ਗੱਲ ਨਹੀਂ ਹੈਗੀ, ਮੈਨੂੰ ਲੱਗਦਾ ਕਿ ਸਮਝ ਤਾਂ ਹਮੇਸ਼ਾ ਹੁੰਦੀ ਹੈ, ਜਾਂ ਤਾਂ ਰੁਝੇਵਿਆਂ 'ਚ ਉਹ ਦੂਰ ਹੋ ਜਾਂਦੀ ਹੈ। ਜਦੋਂ ਤੁਸੀਂ ਦੂਰ ਹੁੰਦੇ ਤਾਂ ਕੀ ਕਹਿੰਦੇ ਹੁੰਦੇ ਉਹਨੂੰ, ਹੇਰਵਾ ਵੀ ਜ਼ਿਆਦਾ ਆਉਂਦਾ ਆ। ਪਲੱਸ ਵੇਖਦੇ ਆ ਕਿ ਜਦੋਂ ਇੱਥੋਂ ਮਿਟੀ ਜਾਂਦੀਆਂ ਨੇ, ਜਦੋਂ ਦੂਰ ਜਾਂਦੇ ਆ, ਜੋ ਇਸ ਤਰ੍ਹਾਂ ਮਹਿਸੂਸ ਹੁੰਦਾ ਹੈ, ਅਤੇ ਸ਼ਾਇਦ ਉਹਦੇ ਨਾਲ ਹੋਰ ਨੇੜੇ ਜੁੜਨ ਦੀ ਕੋਸ਼ਿਸ਼ ਹੋ ਜਾਂਦੀ ਹੈ, ਕਰ ਲੈਂਦੇ ਆ ਜਿਹੜੇ ਅਸੀਂ ਬਾਹਰ ਕੋਈ ਵੀ ਜਾਂਦੇ ਹਾਂ। ਤੁਸੀਂ ਆਪਣਾ ਜਿਹੜਾ ਪੰਜਾਬ ਦਾ ਤਜਰਬਾ ਸੀਗਾ ਉਹਨੂੰ ਸਾਰਿਆਂ ਨੂੰ ਵਰਤਿਆ ਆਪਣੀ ਕਲਾ ਦੇ ਵਿੱਚ, ਜਿਹੜਾ ਤੁਹਾਡਾ ਕੈਨੇਡਾ ਦਾ ਜਿਹੜਾ ਤਜਰਬਾ ਹੈ ਉਹ ਵੀ ਤੁਹਾਡੀ ਕਲਾ ਦੇ ਵਿੱਚ ਕਿਸੇ ਨਾ ਕਿਸੇ ਰੂਪ 'ਚ ਦਿਖਾਈ ਦਿੰਦਾ? ਬਹੁਤ ਕੁਛ ਆ, ਪਰ ਇੱਕ ਚੀਜ਼ ਮੈਂ ਕਹਾਂਗੀ ਜਿਹੜੀ ਕਾਮਨ ਹੈ ਉਹ ਸੀਡ ਆ, ਬੀਜ, ਜਿਹੜਾ ਬੀਜ ਅੰਦਰ ਆ, ਅਤੇ ਜਿਹੜੀ ਯੂਨੀਵਰਸ ਆ, ਇਹ ਕਾਮਨ ਚੀਜ਼ ਆ, ਹੈ ਨਾ। ਇਹ ਸਾਨੂੰ ਜੇ ਅਸੀਂ ਦੁਨਿਆਵੀ ਤੌਰ 'ਤੇ ਵੇਖੀਏ ਉੱਦਾਂ ਤਾਂ ਇੱਕ ਫਲੈਕਸੀਬਲ ਸਕਿੱਲ ਆ, ਟਰਾਂਸਫਰੇਬਲ ਸਕਿੱਲ ਆ, ਜਿਹਨੂੰ ਵਰਤਿਆ ਜਾ ਸਕਦਾ ਹੈ, ਪਰ ਜੇ ਉਂਝ ਵੇਖਿਆ ਜਾਏ ਇਟਸ ਅ ਫੀਲਿੰਗ ਐਂਡ ਇਟ ਲਿਵਸ ਐਵਰ ਫॉर ਐਵਰ। ਅਤੇ ਮੈਨੂੰ ਲੱਗਦਾ ਕਿ ਜੇ ਟੈਕਨੀਕਲ ਪੱਖੋਂ ਵੇਖਦੇ ਹਾਂ ਅਤੇ ਆਪਾਂ ਇਹਨੂੰ ਜੇ ਕਹੀਏ ਇੰਸਟਾਲੇਸ਼ਨ ਪੱਖੋਂ, ਜਿਵੇਂ ਤੁਸੀਂ ਉੱਥੇ ਹਾਰੀ ਵੇਖੀ, ਇੱਥੇ ਸਾਡੇ ਕੋਲ ਉੱਥੇ ਸਮੋਕਿੰਗ ਇਫੈਕਟ ਵਗੈਰਾ ਹੋ ਸਕਦੇ ਆ, ਜਿਵੇਂ ਹਾਰੀ ਦੇ ਵਿੱਚ ਦੁੱਧ ਉਬਲ ਰਿਹਾ ਜਾਂ ਕਿਵੇਂ, ਹੈ ਨਾ। ਇੱਥੇ ਸਾਡੇ ਕੋਲ ਪੋਸੀਬਲ ਨਹੀਂ ਸੀ, ਅਤੇ ਮੈਂ ਸਿੱਧੇ ਤਰ੍ਹਾਂ ਕਹਾਂਗੀ ਕਿ ਮੇਰੀ ਕੋਸ਼ਿਸ਼ ਸੀ ਕਿ ਗੂਗਲ ਦਾ ਧੂੰਆਂ ਮਿਲ ਜਾਵੇ। ਸੋ ਹਾਂ, ਟਰਾਈ ਕਰ ਸਕਦੇ ਹਾਂ, ਪਰ ਉਹ ਚੀਜ਼ਾਂ ਜਿਵੇਂ ਲਾਈਟਿੰਗ ਇਫੈਕਟਸ ਐਂਡ ਸਟੱਫ ਇੱਥੇ ਅਵੇਲੇਬਲ ਸੀ, ਪਰ ਨੈਚੁਰਲ ਲਾਈਟ ਵਾਜ਼ ਬਿਊਟੀਫੁਲ ਪੰਜਾਬ ਯੂਨੀਵਰਸਿਟੀ ਦੇ। ਅਤੇ ਸੇਮ ਟਾਈਮ 'ਤੇ ਮੈਂ ਆਪਣੇ ਇਸ ਮਾਮਲੇ 'ਚ ਕਹੂੰਗੀ ਕਿ ਇਹ ਦਾਣਾ ਜਿਹੜਾ ਇਹ ਸੀਡ ਆ, ਮੈਂ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਕਿਸੇ ਦੇ ਥਰੂ ਹੀ ਕੋਈ ਚੀਜ਼ ਮਿਲਦੀ ਹੈ। ਅਤੇ ਡਾਕਟਰ ਸਰੋਜ ਚਮਨ, ਮੈਂ ਉਹਨਾਂ ਨੂੰ ਆਪਣਾ ਮਾਂ ਵੀ ਮੰਨਦੀ ਹਾਂ, ਉਹ ਬਹੁਤ ਸਾਰਿਆਂ ਦੀ ਮਾਂ ਨੇ, ਹੈ ਨਾ। ਅਤੇ ਪਲੱਸ ਅੱਖ ਦੇਖਣ ਵਾਲੀ ਦੀ ਚਾਹੀਦੀ, ਜਿਵੇਂ ਕੁਰੇਟਰ ਸੀਗੇ ਇਸ ਦੇ ਡਾਕਟਰ ਤੀਰਥੰਕਰ ਭੱਟਾਚਾਰਿਆ, ਉਹਨਾਂ ਨੇ ਜਦੋਂ ਮੈਂ ਲਾਸਟ ਟਾਈਮ ਮਿਲੀ ਸੀ, ਹੀ ਲੁਕਡ ਐਟ ਮਾਈ ਫੋਟੋਗ੍ਰਾਫਸ ਐਂਡ ਕਾਈਂਡ ਆਫ ਹੀ ਕੈਪਟ ਇਟ ਇਨ ਮਾਈਂਡ ਐਂਡ ਹੀ ਕੰਟੈਕਟਡ ਮੀ। ਜਦੋਂ ਮੇਰੀ ਲਾਸਟ ਐਗਜ਼ੀਬਿਸ਼ਨ ਇੱਥੇ ਸੀਗੀ ਲਲਿਤ ਕਲਾ ਅਕੈਡਮੀ ਦੇ ਵਿੱਚ, ਮਾਈ ਬ੍ਰਦਰ ਵਾਸ ਹੇਅਰ, ਉਹਨਾਂ ਨੇ ਨਾਲ ਕੀਤਾ, ਅਤੇ ਉੱਥੋਂ ਫਿਰ ਇਹ ਸੀਡ ਬਣ ਕੇ ਸਾਹਮਣੇ ਆ ਗਿਆ। ਸੋ ਧੰਨਵਾਦ ਦਲਜੀਤ ਜੀ, ਤੁਸੀਂ ਸਾਡੇ ਸ਼ੋਅ ਦੇ ਵਿੱਚ ਆਏ, ਤੁਹਾਡਾ ਬਹੁਤ ਬਹੁਤ ਧੰਨਵਾਦ। ਸ਼ੁਕਰੀਆ ਤੁਹਾਡਾ। ਔਰ ਮੈਂ ਕਹਾਂਗੀ ਕਿ ਮੇਰੇ ਕੋਲ ਸ਼ਬਦ ਤਾਂ ਨਹੀਂ ਹੈਗੇ, ਪਰ ਮੈਨੂੰ ਮਾਣ ਆ ਕਿ ਤੁਸੀਂ ਵੀ ਇਸ ਕਲਚਰ ਨੂੰ ਸਰਵ ਕਰ ਰਹੇ ਹੋ। ਧੰਨਵਾਦ ਤੁਹਾਡਾ। ਦਲਜੀਤ ਜੀ ਨੇ ਇੱਕ ਬੜੀ ਖੂਬਸੂਰਤ ਗੱਲ ਕੀਤੀ ਹੈ ਕਿ ਹਰ ਕਲਚਰ ਦੇ ਵਿੱਚ ਕੁਝ ਇੱਦਾਂ ਅਜਿਹੀਆਂ ਗੱਲਾਂ ਹੁੰਦੀਆਂ ਨੇ ਜਿਹੜੀਆਂ ਆਲਮੀ ਹੁੰਦੀਆਂ ਨੇ, ਅਤੇ ਕੁਝ ਉਹਦੀ ਵਿਲੱਖਣਤਾ ਹੁੰਦੀ ਹੈ। ਪੰਜਾਬੀਆਂ ਲਈ ਇਹ ਇੱਕ ਬਹੁਤ ਖੂਬਸੂਰਤ ਗੱਲ ਹੈ ਕਿ ਅਸੀਂ ਆਪਣੀ ਵਿਲੱਖਣਤਾ ਵੀ ਕਾਇਮ ਰੱਖੀਏ ਅਤੇ ਉਹਦੇ ਵਿੱਚ ਆਲਮੀ ਪੱਖ ਨੂੰ ਵੀ ਜੋੜੀਏ। ਤੇ ਹੁਣ ਇੱਕ ਨਜ਼ਰ ਵਰਲਡ ਵੈਦਰ ਫੋਰਕਾਸਟ ਤੇ। न्यूयॉर्क ਵਿੱਚ ਆਉਣ ਵਾਲੇ ਹਫਤੇ ਦੌਰਾਨ ਬੱਦਲ ਛਾਏ ਰਹਿਣ ਦੀ ਉਮੀਦ ਹੈ ਐਂਡ ਦ ਟੈਂਪਰੇਚਰ ਇਜ਼ ਐਕਸਪੈਕਟਡ ਟੂ ਰੇਂਜ ਬਿਟਵੀਨ 7 and 17 degrees Celsius. ਟੋਰੰਟੋ ਵਿੱਚ ਆਉਣ ਵਾਲੇ ਹਫਤੇ ਪਾਰਟਲੀ ਕਲਾਉਡੀ ਡੇਜ਼ ਐਕਸਪੈਕਟ ਕੀਤੇ ਜਾ ਰਹੇ ਨੇ ਐਂਡ ਦ ਟੈਂਪਰੇਚਰ ਇਜ਼ ਐਕਸਪੈਕਟਡ ਟੂ ਰੇਂਜ ਬਿਟਵੀਨ 3 and 14 degrees Celsius.
ਵੈਂਕੂਵਰ ਵਿੱਚ ਆਉਣ ਵਾਲੇ ਵੀਕ ਸਨੀ ਡੇਜ਼ ਐਕਸਪੈਕਟ ਕੀਤੇ ਜਾ ਰਹੇ ਨੇ ਐਂਡ ਦ ਟੈਂਪਰੇਚਰ ਇਜ਼ ਐਕਸਪੈਕਟਡ ਟੂ ਰੇਂਜ ਬਿਟਵੀਨ 5 ਐਂਡ 18 ਡਿਗਰੀ ਸੈਲਸੀਅਸ। ਲੰਡਨ ਵਿੱਚ ਪੂਰੇ ਹਫਤੇ ਕਲਾਉਡੀ ਡੇਜ਼ ਐਕਸਪੈਕਟ ਕੀਤੇ ਜਾ ਰਹੇ ਨੇ ਐਂਡ ਦ ਟੈਂਪਰੇਚਰ ਇਜ਼ ਐਕਸਪੈਕਟਡ ਟੂ ਰੇਂਜ ਬਿਟਵੀਨ 2 ਐਂਡ 17 ਡਿਗਰੀ ਸੈਲਸੀਅਸ। ਸਿਡਨੀ ਆਸਟ੍ਰੇਲੀਆ ਵਿੱਚ ਇਸ ਵੀਕ ਸਨੀ ਡੇਜ਼ ਐਕਸਪੈਕਟ ਕੀਤੇ ਜਾ ਰਹੇ ਨੇ ਐਂਡ ਦ ਟੈਂਪਰੇਚਰ ਇਜ਼ ਐਕਸਪੈਕਟਡ ਟੂ ਰੇਂਜ ਬਿਟਵੀਨ 14 ਐਂਡ 25 ਡਿਗਰੀ ਸੈਲਸੀਅਸ। With that, it's a wrap on this edition of Home Abroad. For feedback and suggestions, you can write to us at editor@dnightnews.com or call us at 0172 5043 You can also SMS us at 981 560 6061. For latest news and updates, keep watching Day and Night News. Thanks for watching. ਖਬਰਾਂ ਦੀ ਦੁਨੀਆ ਵਿੱਚ ਆਓ, ਸਾਡੇ ਨਾਲ ਕਦੇ ਵੀ ਤੇ ਕਿਤੋਂ ਵੀ ਜੁੜੋ। ਆਪਾਂ ਮਿਲਾਂਗੇ Facebook ਤੇ, ਅਸੀਂ ਦਿਖਾਂਗੇ YouTube ਤੇ, ਸਾਨੂੰ ਫੋਲੋ ਕਰੋ Twitter ਤੇ। ਖਬਰਾਂ ਨਾਲ ਜੁੜੇ ਰਹੋ ਦਿਨ ਰਾਤ।